ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਾਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦਾ ਕਰਿਅਨ ਏਕ ਓੰਕਾਰਾ ਸਤਿਗੁਰੂ। ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਵੇਦ ਜਾਪ ਕਰਤ ਇਹ ਰਹਿਓ, ਸ੍ਰੀ ਗੁਰੂ ਗ੍ਰੰਥ ਕਬਜ਼ ਕਰ ਲਹਿਓ। ਅਬੈ ਹਕਾਰਿਓ ਕਾਰਨ ਔਰ, ਬਨ ਗੁਰ ਬੈਠਿਓ ਹੈ ਇਸ ਠੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀਏ ਕੁਲ ਆਲਮ, ਪਤਿਤ ਪਾਵਨ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ
ਸਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿ ਥੇ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛਠਮ ਪਾਤਸ਼ਾਹ ਦਾਤਾ ਬੰਦੀ ਛੋੜ ਮੇਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਇਤਿਹਾਸਕ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਹਰਟਾ ਸਾਹਿਬ ਜੀ ਵਿਖੇ ਸ਼ਾਮ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਦੂਰ ਨੇੜੇ ਤੋਂ ਚੱਲ ਕੇ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ। ਸਤਿਗੁਰੂ ਜੀ ਸਭਨਾਂ ਦੀ ਭੇਟਾ, ਸਭਨਾਂ ਦੀ ਹਾਜ਼ਰੀ, ਸਤ ਸੰਗਤ, ਸੇਵਾ, ਥਾਏ ਪਾਵਨ, ਖੁਸ਼ੀਆਂ ਆਨੰਦ ਬਖਸ਼ਿਸ਼ ਕਰਕੇ ਨਿਹਾਲ ਕਰਨ। ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਉਪਰੰਤ ਇਲਾਹੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੁੰਦੀ ਹੈ। ਆਓ ਸਬੱਬ ਬਣਿਆ ਹੈ, ਸੁਭਾਗ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੇ ਹੋ। ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਲੜੀਵਾਰ ਜੋ ਕਥਾ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਦੇ ਨਾਲ ਜੁੜ ਕੇ ਸਤ ਸੰਗਤ ਕਰਕੇ ਲਾਹਾ ਪ੍ਰਾਪਤ ਕਰੀਏ। ਕੱਲ੍ਹ ਦਾ ਜੋ ਦਿਨ ਲੰਘ ਕੇ ਗਿਆ ਹੈ, ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਅਸਥਾਨ ਹੈ। ਇਤਿਹਾਸਕ ਦਿਹਾੜਾ ਸੀਗਾ। ਕੱਲ੍ਹ ਦਾ ਜਿਹੜਾ ਦਿਨ ਬਤੀਤ ਹੋਇਆ ਹੈ, ਉਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਦਿਹਾੜਾ ਸੀਗਾ। ਤੇ ਜਿਹੜਾ ਕੱਲ੍ਹ ਆਉਣ ਵਾਲਾ ਹੈ, ਕੱਲ੍ਹ ਨੂੰ ਸਹਿ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਚੌਥੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਵੀ ਦਿਵਸ ਹੈ। ਇਸ ਕਰਕੇ ਜਦੋਂ ਆਪਾਂ ਵਿਚਾਰ ਕਰਦੇ ਹਾਂ ਤੇ ਕੋਈ ਨਾ ਕੋਈ ਇਤਿਹਾਸਕ ਦਿਨ ਕੋਈ ਚੱਲ ਰਿਹਾ ਹੈ, ਕੋਈ ਬਤੀਤ ਹੋ ਚੁੱਕਾ ਹੈ। ਔਰ ਉਹਨਾਂ ਸਿੱਖਾਂ ਤੋਂ ਕੁਰਬਾਨ ਭਾਈ ਗੁਰਦਾਸ ਜੀ ਵਚਨ ਕਰਦੇ ਹਨ, ਸਦਕੇ ਹਾਂ ਕੁਰਬਾਨ ਹਾਂ, ਜਿਹੜੇ ਗੁਰੂ ਕੇ ਪਿਆਰੇ ਆਪਣੇ ਇਤਿਹਾਸਕ ਦਿਨਾਂ ਨੂੰ, ਗੁਰੂਆਂ ਦੇ ਗੁਰਪੁਰਬਾਂ ਨੂੰ ਯਾਦ ਰੱਖਦੇ ਹਨ ਔਰ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਜੁੜਦੇ ਹਨ। ਕੁਰਬਾਨੀ ਤਿੰਨਾਂ ਗੁਰ ਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ। ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੰਪੂਰਨਤਾ ਹੋਈ ਹੈ, ਸਾਬੋ ਕੀ ਤਲਵੰਡੀ ਵਿਖੇ, ਉਸ ਪਰਥਾਏ ਕੁਝ ਕੁ ਬਚਨ ਆਪਾਂ ਕਥਾ ਦੇ ਅਖੀਰ ਦੇ ਵਿੱਚ ਸਰਵਣ ਕਰਾਂਗੇ। ਕੁਝ ਸਮਾਂ ਪਹਿਲਾਂ ਅਸੀਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਆਪਾਂ ਲੜੀਵਾਰ ਕਥਾ ਦੇ ਵਿੱਚ ਸਰਵਣ ਕੀਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਹਨ। ਟਿਕਾਊ ਹੈ, ਸ਼ਾਂਤੀ ਬਣੀ ਹੋਈ ਹੈ, ਜੰਗ ਯੁੱਧ ਖਤਮ ਹੋ ਚੁੱਕੇ ਹਨ। ਤੇ ਇੱਥੇ ਰਹਿ ਕਰਕੇ ਫਿਰ ਪਾਤਸ਼ਾਹ ਜੀ ਨੇ ਬਹੁਤ ਵੱਡਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਲੇ ਪਾਸੇ ਧਿਆਨ ਦਿੱਤਾ ਹੈ। ਤੇ ਕਈ ਤਰ੍ਹਾਂ ਦੇ ਇੱਥੇ ਕੌਤਕ, ਕਈ ਤਰ੍ਹਾਂ ਦੇ ਚੋਜ ਵਰਤੇ ਹਨ ਔਰ ਬਹੁਤ ਸਾਰੀਆਂ ਘਟਨਾਵਾਂ, ਦੁੱਖ ਸੁੱਖ ਦਾ ਸਮਾਂ ਵੀ ਜਿਹੜਾ ਹੈ
ਉਹ ਬਤੀਤ ਹੋਇਆ ਹੈ। ਬਾਬਾ ਗੁਰਦਿੱਤਾ ਜੀ ਵੱਡੇ ਸਪੁੱਤਰ ਚੱਲ ਵਸੇ, ਬਾਬਾ ਬਿਧੀ ਚੰਦ ਜੀ ਵਰਗੇ ਗੁਰੂ ਕੇ ਪਿਆਰੇ, ਉਹਨਾਂ ਨੇ ਸਰੀਰ ਛੱਡਿਆ ਹੈ। ਔਰ ਇਸੇ ਤਰ੍ਹਾਂ ਸਤਿਗੁਰਾਂ ਦੇ ਬਹੁਤ ਪਿਆਰੇ ਰਬਾਬੀ ਭਾਈ ਬਾਬਕ ਜੀ, ਉਹਨਾਂ ਨੇ ਸਰੀਰ ਛੱਡਿਆ ਹੈ। ਗੁਰੂ ਕਾ ਸਿੱਖ ਜਰਨੈਲ ਯੋਧਾ ਭਾਈ ਜਾਤੀ ਮਲਕ ਜੀ, ਉਹਨੇ ਸਰੀਰ ਛੱਡਿਆ ਹੈ। ਔਰ ਅਨੇਕਾਂ ਹੋਰ ਅਜਿਹੀਆਂ ਘਟਨਾਵਾਂ ਗੁਰੂ ਕੇ ਚਰਨਾਂ ਦੇ ਵਿੱਚ ਹੋਈਆਂ, ਅਤੇ ਬੇਅੰਤ ਗੁਰੂ ਕੇ ਸਿੱਖ ਦਰਸ਼ਨ ਦੀਦਾਰ ਕਰਨ ਵਾਸਤੇ ਵੀ ਗੁਰੂ ਕੇ ਚਰਨਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚੋਂ ਜਾਂ ਹੋਰ ਮਹਾਨ ਗੁਰੂ ਕੇ ਪਿਆਰੇ ਵੀ ਪਹੁੰਚੇ ਹਨ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਰਹਿ ਕਰਕੇ ਲੰਮਾ ਸਮਾਂ ਬਤੀਤ ਹੋਇਆ ਹੈ, ਅਤੇ ਹੁਣ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਰੀਰ ਦਾ ਅੰਤਲਾ ਸਮਾਂ ਨੇੜੇ ਜਾਣਿਆ ਹੈ ਕਿ ਕੁਝ ਸਮੇਂ ਬਾਅਦ ਅਸੀਂ ਵੀ ਸਰੀਰ ਛੱਡਣਾ ਹੈ, ਅਤੇ ਫਿਰ ਅਗਲਾ ਗੁਰੂ ਵੀ ਥਾਪਣਾ ਹੈ, ਜੋਤ ਅਗਲੇ ਸਰੀਰ ਦੇ ਵਿੱਚ ਟਿਕਾਉਣੀ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਧਿਆਨ ਦੇ ਨਾਲ ਵਿਚਾਰ ਕੀਤੀ ਹੈ। ਉੱਧਰ ਬਾਬਾ ਧੀਰਮੱਲ ਜੀ, ਜਿਹੜੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਦੇ ਅਗਾਂਹ ਵੱਡੇ ਸਪੁੱਤਰ ਸਨ। ਕਹਿਣ ਤੋਂ ਭਾਵ ਪੰਜਾਂ ਪੁੱਤਰਾਂ ਦੇ ਵਿੱਚੋਂ ਵੱਡੇ ਸਪੁੱਤਰ ਛੇਵੇਂ ਪਾਤਸ਼ਾਹ ਜੀ ਦੇ ਬਾਬਾ ਗੁਰਦਿੱਤਾ ਜੀ ਸਨ, ਅਤੇ ਅਗਾਂਹ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਬਾਬਾ ਧੀਰਮੱਲ ਜੀ ਸਨ। ਛੋਟੇ ਸਪੁੱਤਰ ਗੁਰੂ ਹਰਿਰਾਏ ਸਾਹਿਬ ਜੀ ਸਨ। ਹੁਣ ਧੀਰਮੱਲ ਜਿਹੜੇ ਹਨ, ਆਪਾਂ ਪਿਛਲੇ ਇਤਿਹਾਸ ਦੇ ਵਿੱਚ ਸਰਵਣ ਕੀਤਾ, ਬਾਬਾ ਧੀਰਮੱਲ ਜੀ ਬੜੇ ਯਤਨ ਕਰਦੇ ਹਨ, ਸਾਜ਼ਿਸ਼ਾਂ ਰਚਦੇ ਹਨ, ਗਲਤ ਢੰਗ ਦੇ ਨਾਲ ਯਤਨ ਕਰਦੇ ਹਨ ਕਿ ਗੁਰਤਾ ਗੱਦੀ ਮੇਰੇ ਕੋਲ ਆ ਜਾਏ, ਮੈਂ ਗੁਰੂ ਬਣਾ, ਮੇਰਾ ਵੱਡਾ ਸਤਿਕਾਰ ਹੋਏ। ਅਤੇ ਇਹ ਸਾਜ਼ਿਸ਼ਾਂ ਰਚਦਾ ਰਿਹਾ ਹੈ, ਕਦੇ ਗੁਰੂ ਦੇ ਹੁਕਮ ਦੇ ਵਿੱਚ ਪਿਆਰ ਦੇ ਨਾਲ, ਭਾਵਨਾ ਦੇ ਨਾਲ ਨਹੀਂ ਚੱਲਦਾ ਹੈ। ਅਤੇ ਛੇਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਆਉਣ ਵਾਸਤੇ ਕਈ ਵਾਰ ਕਿਹਾ ਹੈ, ਪਰ ਆਖੇ ਨਹੀਂ ਲੱਗਿਆ। ਇਹ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਹੈ। ਹੁਣ ਸਤਿਗੁਰਾਂ ਨੇ ਸਰੀਰ ਦਾ ਅੰਤਲਾ ਸਮਾਂ ਨੇੜੇ ਜਾਣਦਿਆਂ ਹੋਇਆਂ ਬਹੁਤ ਸਿੱਖਾਂ ਨੂੰ ਸੁਨੇਹੇ ਭੇਜੇ, ਅਤੇ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਈ ਹੈ। ਉਸ ਵੇਲੇ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਘਰੋਂ, ਜੋ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੌਂ ਹਨ, ਉਹਨਾਂ ਨੂੰ ਭੇਜਿਆ ਕਿ ਜਾਓ ਆਪਣੇ ਸਪੁੱਤਰ ਬਾਬਾ ਧੀਰਮੱਲ ਜੀ ਨੂੰ ਇੱਥੇ ਲੈ ਕਰਕੇ ਆਓ। ਸੁਨੇਹਾ ਭੇਜਿਆ ਗਿਆ ਹੈ। ਔਰ ਸਤਿਕਾਰਯੋਗ ਮਾਤਾ ਜੀ ਆਪਣੇ ਸਪੁੱਤਰ ਬਾਬਾ ਧੀਰਮੱਲ ਨੂੰ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਆਉਣ ਵਾਸਤੇ ਵੀ ਜੋ ਕਹਿਣ ਵਾਸਤੇ ਗਏ ਹਨ, ਮਨਾ ਕੇ ਲਿਆਉਣ ਵਾਸਤੇ ਗਏ ਹਨ। ਇੱਥੋਂ ਤੱਕ ਆਪਾਂ ਪਿਛਲੇ ਇਤਿਹਾਸ ਦੇ ਵਿੱਚ ਬਚਨ ਸਰਵਣ ਕੀਤੇ ਸਨ। ਆਓ ਜਿਹੜਾ ਅਗਲੇਰਾ ਇਤਿਹਾਸ ਹੈ, ਹੁਣ ਬਾਬਾ ਧੀਰਮੱਲ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਰਹਿੰਦਾ ਹੈ, ਔਰ ਬਾਦਸ਼ਾਹ ਦੇ ਨਾਲ ਸੰਧੀ ਕੀਤੀ ਹੋਈ ਹੈ, ਬਾਦਸ਼ਾਹ ਦੇ ਅਧੀਨ ਹੈ। ਜਿੱਥੇ ਸਤਿਗੁਰਾਂ ਨੇ ਬਾਦਸ਼ਾਹ ਦੇ ਨਾਲ ਯੁੱਧ ਲੜੇ ਹਨ, ਕਦੇ ਈਣ ਨਹੀਂ ਮੰਨੀ, ਔਰ ਜੰਗ ਕਰਕੇ ਵੀ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਫੌਜ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੀ ਹੈ। ਉੱਥੇ ਬਾਬਾ ਧੀਰਮੱਲ ਬਾਦਸ਼ਾਹ ਦੀ ਈਨ ਮੰਨ ਗਿਆ ਹੈ, ਬਾਦਸ਼ਾਹ ਦੇ ਅਧੀਨ ਹੋ ਗਿਆ ਹੈ, ਔਰ ਆਪਣੇ ਢੰਗ ਦੇ ਨਾਲ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਰਹਿ ਰਿਹਾ ਹੈ। ਅਤੇ ਸਤਿਗੁਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਮੰਗਵਾਏ ਕਈ ਵਾਰ, ਪਰ ਅੰਮ੍ਰਿਤ ਬਾਣੀ ਦਾ ਸਰੂਪ ਵੀ ਸਤਿਗੁਰਾਂ ਨੂੰ ਨਹੀਂ ਦਿੱਤਾ ਹੈ। ਆਪਣੇ ਦਾਦਾ ਸਤਿਗੁਰਾਂ ਨੂੰ ਸਰੂਪ ਦੇਣ ਵਾਸਤੇ ਵੀ ਤਿਆਰ ਨਹੀਂ ਹੋਇਆ ਹੈ। ਆਓ ਅਗਲੇਰਾ ਜਿਹੜਾ ਇਤਿਹਾਸ ਹੈ ਸਰਵਣ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਦਬ ਸਤਿਕਾਰ ਸਹਿਤ ਇੱਕ ਵਾਰੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੂੰਜੇ ਜ਼ਿਕਰ ਹੈ ਅਨਸਾਰੀ। ਔਰ ਸਤਿਕਾਰਯੋਗ ਮਾਤਾ ਜੀ ਆਪਣੇ ਸਪੁੱਤਰ ਬਾਬਾ ਧੀਰਮਲ ਜੀ ਨੂੰ ਬੜੇ ਪਿਆਰ ਦੇ ਨਾਲ ਸਮਝਾ ਰਹੇ ਹਨ, हे ਪੁੱਤਰ ਇਸ ਤਰ੍ਹਾਂ ਨਹੀਂ ਕਰੀਦਾ। ਦਾਦਾ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਵਿੱਚ ਤੈਨੂੰ ਚੱਲਣਾ ਚਾਹੀਦਾ ਹੈ। ਔਰ ਖਿਆਲ ਕਰ, ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਛੱਡਣ ਵਾਲੇ ਹਨ। ਕੁਝ ਦਿਨਾਂ ਬਾਅਦ ਉਹਨਾਂ ਨੇ ਸਰੀਰ ਛੱਡਣਾ ਹੈ। ਬੇਅੰਤ ਸੰਗਤ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਇਕੱਤਰ ਹੋਈ ਹੈ ਤੇ ਤੂੰ ਵੀ ਚੱਲ। ਜੇ ਨਿਕਟ ਰਹਿ ਅਨਸਾਰੀ, ਜੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹੇਗਾ ਔਰ ਉਹਨਾਂ ਦੇ ਅਧੀਨ ਚੱਲੇਗਾ। ਜੇਸ਼ਟ ਭਰਾਤ ਮਹਾਮਤ ਧਾਰੀ। ਔਰ ਉਸ ਤਰ੍ਹਾਂ ਚੱਲ ਜਿਸ ਤਰ੍ਹਾਂ ਤੇਰੇ ਛੋਟੇ ਭਰਾ, ਕਹਿਣ ਤੋਂ ਭਾਵ ਸ਼੍ਰੀ ਹਰਿ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਜਿਵੇਂ ਚੱਲਦੇ ਆ ਨਾ, ਉਸੇ ਤਰ੍ਹਾਂ ਚੱਲ। ਤੇ ਜਿਵੇਂ ਛੋਟੇ ਸਪੁੱਤਰ ਦਾ ਜਸ ਹੋ ਰਿਹਾ ਹੈ ਨਾ, ਵਡਿਆਈ ਹੋ ਰਹੀ ਹੈ, ਉਸੇ ਤਰ੍ਹਾਂ ਹੀ ਧੀਰਮਲ ਤੇਰੀ ਵੀ ਸ਼ੋਭਾ ਹੋਏਗੀ। ਔਰ ਅਸਲ ਦੇ ਵਿੱਚ ਤੇਰਾ ਗੁਰਤਾ ਗੱਦੀ ਦੇ ਉੱਤੇ ਬੈਠਣਾ ਬਣਦਾ ਹੈ, ਤੂੰ ਵੱਡਾ ਹੈ। ਪਰ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਜੇ ਚੱਲਦਾ ਹੁੰਨੋ ਤੇ ਤੈਨੂੰ ਬਹੁਤ ਵੱਡੀਆਂ ਬਖਸ਼ਾਂ ਪ੍ਰਾਪਤ ਹੋਣੀਆਂ ਸਨ। ਸਿੱਖ ਸੰਗਤ ਸਭ ਕੀਨ ਇਕੱਠਣ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਭੇਜ ਕੇ ਸਾਰੀ ਸੰਗਤ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਇਕੱਤਰ ਕੀਤੀ ਹੈ। ਬ੍ਰਿਥ ਰਹਿਣ ਤੁਝ ਕਿਉਂ ਬਨਾਵੇ। ਔਰ ਅਸਲ ਦੇ ਵਿੱਚ ਇਹ ਜਿਹੜੀ ਗੁਰਤਾ ਗੱਦੀ ਹੈ ਨਾ, ਤੂੰ ਵੱਡਾ ਹੋਣ ਕਰਕੇ ਕਈਆਂ ਦੇ ਮਨ ਦੇ ਵਿੱਚ ਵਿਚਾਰ ਹੈ ਕਿ ਧੀਰਮਲ ਨੂੰ ਦੇਣੀ ਬਣਦੀ ਹੈ। ਗੁਰਤਾ ਕਿਉਂ ਨਾ ਪਾਵੇ। ਤੇ ਤੂੰ ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲ ਕੇ ਉਹਨਾਂ ਦੇ ਅਨੁਸਾਰ ਰਹਿ ਕਰਕੇ ਉਹਨਾਂ ਦੇ ਹੁਕਮ ਦੇ ਵਿੱਚ ਜੀਵਨ ਬਤੀਤ ਕਰਕੇ ਬਖਸ਼ਿਸ਼ਾਂ ਖੁਸ਼ੀਆਂ ਕਿਉਂ ਨਹੀਂ ਪ੍ਰਾਪਤ ਕਰਦਾ ਹੈ। ਇਤਿਹਾਸ ਸਮਝਾਏ ਕਨੇਰਾ। ਤੇ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਬਾਬਾ ਧੀਰਮਲ ਨੂੰ ਕੋਲ ਬੈਠ ਕੇ ਲੰਮਾ ਸਮਾਂ ਸਮਝਾਇਆ ਹੈ। ਧੀਰਮਲ ਸੁਣ ਕਰ ਤਿਸ ਮੇਰਾ। ਤੇ ਧੀਰਮਲ ਨੇ ਬੜੇ ਧਿਆਨ ਦੇ ਨਾਲ ਆਪਣੇ ਮਾਤਾ ਜੀ ਦੇ ਬਚਨਾਂ ਨੂੰ ਸੁਣਿਆ ਹੈ। ਕਹਿਣ ਲੱਗਿਆ, हे ਮਾਤਾ ਜੀ, ਮੇਰੇ ਕੋਲ ਅੰਮ੍ਰਿਤ ਬਾਣੀ ਦਾ ਗ੍ਰੰਥ ਹੈ, ਅੰਮ੍ਰਿਤ ਗੁਰਬਾਣੀ ਮੇਰੇ ਪਾਸ ਹੈ। ਔਰ ਉਸ ਗੁਰਬਾਣੀ ਦੇ ਜ਼ੋਰ ਦੇ ਕਰਕੇ ਗੁਰਬਾਣੀ ਮੇਰੇ ਕੋਲ ਹੈ, ਅੰਮ੍ਰਿਤ ਬਾਣੀ ਦਾ ਸਰੂਪ। ਉਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਦੁਨੀਆ ਮੈਨੂੰ ਗੁਰੂ ਮੰਨੇਗੀ, ਕਿਉਂਕਿ ਗੁਰਬਾਣੀ ਮੇਰੇ ਪਾਸ ਹੈ। ਜੇਕਰ ਹੋਰ ਕੋਈ ਯਤਨ ਕਰਕੇ ਪਾਤਸ਼ਾਹ ਜੀ ਨੂੰ ਖੁਸ਼ ਕਰਕੇ ਜ਼ਿੰਮੇਵਾਰੀ ਲੈ ਵੀ ਲਏਗਾ ਨਾ, ਪਰ ਸਤਿਕਾਰ ਤਾਂ ਉਹਦਾ ਹੀ ਹੋਣਾ ਹੈ ਜਿਹਦੇ ਕੋਲ ਗੁਰਬਾਣੀ ਹੋਏਗੀ। ਇਸ ਕਰਕੇ ਗੁਰਬਾਣੀ ਦਾ ਸਰੂਪ ਤਾਂ ਹਮੇਸ਼ਾ ਮੇਰੇ ਕੋਲ ਰਿਹਾ ਹੈ, ਲੰਮਾ ਸਮਾਂ ਹੋ ਗਿਆ ਹੈ। ਗੁਰਬਾਣੀ ਦਾ ਸਰੂਪ ਤਾਂ ਮੇਰੇ ਕੋਲ ਹੀ ਹੈ। ਔਰ ਵੱਡਾ ਜਿਹੜਾ ਗੁਰੂ ਹੋਇਆ ਹੈ ਕੋਈ ਵੀ, ਉਹਨਾਂ ਦੇ ਕੋਲ ਅੰਮ੍ਰਿਤ ਬਾਣੀ ਦੇ ਸਰੂਪ ਰਹੇ ਹਨ। ਹੁਣ ਧੀਰਮਲ ਸੋਚਦਾ ਹੈ ਕਿ ਜੈਸੇ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਦੇ ਹਨ ਤੇ ਨਾਲ ਗੁਰਬਾਣੀ ਵੀ ਦਿੰਦੇ ਹਨ ਪੋਥੀਆਂ ਦੇ ਰੂਪ ਦੇ ਵਿੱਚ। ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਨੂੰ ਗੁਰੂ ਥਾਪਦੇ ਹਨ ਤੇ ਉਹ ਵੀ ਅੰਮ੍ਰਿਤ ਬਾਣੀ ਦੇ ਸਰੂਪ, ਅੰਮ੍ਰਿਤ ਬਾਣੀ ਦੀਆਂ ਪੋਥੀਆਂ। ਉਦੋਂ ਇੱਕ ਵੱਡਾ ਸਰੂਪ ਭਾਵੇਂ ਨਹੀਂ ਸੀਗਾ, ਪਰ ਪੋਥੀਆਂ ਦੇ ਰੂਪ ਦੇ ਵਿੱਚ ਅੰਮ੍ਰਿਤ ਬਾਣੀ ਸੀਗੀ, ਨਾਲ ਹੀ ਝੋਲੀ ਦੇ ਵਿੱਚ ਪਾ ਦਿੱਤੀ ਜਾਂਦੀ ਸੀਗੀ। ਅਗਾਂਹ ਫਿਰ ਗੁਰੂ ਰਾਮਦਾਸ ਜੀ ਤੱਕ ਤੇ ਗੁਰੂ ਅਰਜਨ ਦੇਵ ਜੀ ਤੱਕ ਇਸੇ ਤਰ੍ਹਾਂ ਗੁਰਬਾਣੀ ਪਹੁੰਚੀ ਹੈ। ਤੇ ਉਸ ਤੋਂ ਬਾਅਦ ਅੰਮ੍ਰਿਤ ਬਾਣੀ ਦਾ ਇੱਕ ਵੱਡਾ ਸਰੂਪ ਤਿਆਰ ਕੀਤਾ ਹੈ ਸਾਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਵੱਲੋਂ। ਧੀਰਮਲ ਆਖਦਾ ਹੈ, ਕਹਿਣ ਲੱਗਾ, हे ਮਾਤਾ, ਇਹ ਅੰਮ੍ਰਿਤ ਬਾਣੀ ਦਾ ਸਰੂਪ ਤਾਂ ਮੇਰੇ ਕੋਲ ਹੀ ਹੈ ਤੇ ਬਾਣੀ ਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਹੀ ਗੁਰੂ ਬਣਾਂਗਾ। ਸੰਗਤ ਅਸ ਕੋ ਨੈ ਮਾਨੀ। ਤੇ ਕਹਿਣ ਲੱਗੇ ਕਿ ਗੁਰਬਾਣੀ ਸਾਡੇ ਪਾਸ ਹੈ, ਮੇਰੇ ਪਾਸ ਹੈ, ਸੰਗਤ ਕਿਉਂ ਨਾ ਮੰਨੇਗੀ ਮੈਨੂੰ, ਕਿਉਂ ਹੋਰ ਕਿਸੇ ਦੇ ਮਗਰ ਜਾਏਗੀ। ਰਹਿਓ ਪ੍ਰਥਮ ਹੀ ਪ੍ਰਿਥਵੀ
ਕਿਸੀ ਤੇ ਤੇ ਕਹਿਣ ਲੱਗੇ ਜਿਹੜਾ ਵੀ ਪਹਿਲਾਂ ਵੱਡਾ ਹੋਇਆ ਹੈ, ਕੋਈ ਵੀ ਜਿਹੜਾ ਘਰ ਦੇ ਵਿੱਚ ਵੱਡਾ ਹੋਇਆ ਹੈ ਤੇ ਵੱਡੇ ਨੂੰ ਹੀ ਜ਼ਿੰਮੇਵਾਰੀ ਬਣਦੀ ਹੈ। ਘਰ ਦੇ ਵਿੱਚ ਮੈਂ ਵੱਡਾ ਹਾਂ ਤੇ ਛੋਟੇ ਸਪੁੱਤਰ ਕਹਿਣ ਤੋਂ ਭਾਵ ਮੇਰੇ ਛੋਟੇ ਭਰਾ ਗੁਰੂ ਹਰਿਰਾਏ ਸਾਹਿਬ ਜੀ ਜਿਨ੍ਹਾਂ ਨੇ ਬਾਅਦ ਵਿੱਚ ਬਣਨਾ ਹੈ, ਉਹ ਕਦੇ ਵੀ ਗੁਰਤਾ ਗੱਦੀ ਲੈ ਨਹੀਂ ਸਕਣਗੇ, ਕਿਉਂਕਿ ਵੱਡਾ ਮੈਂ ਹਾਂ, ਹੱਕ ਮੇਰਾ ਬਣਦਾ ਹੈ। ਲੈ ਨ ਸਕੇ ਕੋ ਗ੍ਰੰਥ ਜਿਸੀ ਤੇ ਤੇ ਮੇਰੇ ਕੋਲੋਂ ਕੋਈ ਗ੍ਰੰਥ ਲੈ ਨਹੀਂ ਸਕਦਾ, ਮੈਂ ਕਦੇ ਕਿਸੇ ਨੂੰ ਗ੍ਰੰਥ ਨਹੀਂ ਦੇਵਾਂਗਾ। ਇੱਥੋਂ ਤੱਕ ਬਾਬਾ ਧੀਰਮਲ ਨੇ ਆਪਣੇ ਦਾਦਾ ਸਾਹਿਬ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਮਨਾ ਕਰ ਦਿੱਤਾ ਹੈ, ਮੈਂ ਹੁਣ ਕਦੇ ਵੀ ਕਿਸੇ ਨੂੰ ਅੰਮ੍ਰਿਤ ਬਾਣੀ ਦਾ ਸਰੂਪ ਨਹੀਂ ਦੇਵਾਂਗਾ। ਦੁਰਕੇਸ਼ਰ ਸੋ ਮਮ ਬਨ ਆਈ ਔਰ ਦੂਸਰੀ ਗੱਲ ਇਹ ਹੈ ਕਿ ਬਾਦਸ਼ਾਹ ਜਿਹੜਾ ਸ਼ਾਹਜਹਾਨ ਹੈ ਉਹਦੇ ਨਾਲ ਮੇਰੀ ਬਣ ਆਈ ਹੈ, ਉਹਦੇ ਨਾਲ ਮੇਰੀ ਸੰਧੀ ਹੋ ਗਈ ਹੈ, ਸਮਝੌਤਾ ਹੋ ਗਿਆ ਹੈ। ਹੁਣ ਜਿਹੜਾ ਬਾਦਸ਼ਾਹ ਹੈ ਉਹ ਵੀ ਮੇਰੇ ਵੱਲ ਹੈ। ਕਹਿਣ ਤੋਂ ਭਾਵ ਧੀਰਮਲ ਇਹ ਸੋਚਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਬਾਦਸ਼ਾਹ ਦੀ ਸਹਾਇਤਾ ਦੀ ਲੋੜ ਪਈ ਨਾ, ਤੇ ਮੈਂ ਸਿਫਾਰਿਸ਼ ਪਵਾ ਕਰਕੇ ਇਹ ਵੀ ਯਤਨ ਕਰਾਂਗਾ, ਕੋਸ਼ਿਸ਼ ਕਰਾਂਗਾ, ਆਪਣੇ ਆਪ ਨੂੰ ਗੁਰੂ ਬਣਾਵਾਂਗਾ, ਥਾਪਾਂਗਾ। ਜਿਸ ਤਰ੍ਹਾਂ ਕਦੇ ਪ੍ਰਿਥੀ ਚੰਦ ਨੇ ਵੀ ਜਹਾਂਗੀਰ ਤੱਕ ਪਹੁੰਚ ਕੀਤੀ ਸੀਗੀ ਕਿ ਵੱਡਾ ਮੈਂ ਹਾਂ, ਤੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਦੀ ਨਹੀਂ ਬਣਦੀ, ਮੇਰੀ ਬਣਦੀ ਹੈ। ਤੇ ਯਤਨ ਕੀਤੇ ਸਨ ਤੇ ਬਾਦਸ਼ਾਹ ਤੱਕ ਵੀ ਪਹੁੰਚਿਆ ਸੀ, ਬਾਦਸ਼ਾਹ ਨਿਆਂ ਕਰੋ, ਵੱਡਾ ਮੈਂ ਹਾਂ ਤੇ ਗੁਰੂ ਮੈਂ ਹਾਂ। ਇਸ ਕਰਕੇ ਹੁਣ ਉਸੇ ਤਰ੍ਹਾਂ ਦੀਆਂ ਗੱਲਾਂ ਧੀਰਮਲ ਵੀ ਕਰ ਰਿਹਾ ਹੈ। ਕਹਿਣ ਲੱਗਾ ਕਿ ਮੈਂ ਵੱਡਾ ਹਾਂ, ਬਾਦਸ਼ਾਹ ਦੇ ਨਾਲ ਮੇਰੀ ਸੰਧੀ ਹੈ, ਮੈਂ ਬਾਦਸ਼ਾਹ ਦੇ ਅਧੀਨ ਚੱਲਦਾ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਲੋੜ ਪਏਗੀ ਤੇ ਇਹ ਵੀ ਮੈਂ ਕੰਮ ਕਰਾਂਗਾ। ਪੁਰ ਰਾਖੋ ਅਸਵਾਰ ਚੜਾਈ ਔਰ ਪਹਿਲਾਂ ਤਾਂ ਬਾਦਸ਼ਾਹ ਨੇਤੀ ਫੌਜ ਚੜਾ ਕਰਕੇ ਨਗਰਾਂ ਦੇ ਵਿੱਚ ਇੱਧਰਲੇ ਇਲਾਕਿਆਂ ਦੇ ਵਿੱਚ ਰੱਖਦਾ ਸੀਗਾ, ਤੇ ਬਾਦਸ਼ਾਹ ਦਾ ਇੱਥੇ ਹੁਕਮ ਚੱਲਦਾ ਸੀਗਾ। ਜਿਉ ਨੌਕਰੀ ਬਿਗੜੈ ਨਾਹੀ ਔਰ ਬਾਦਸ਼ਾਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਹਰਜਾਨਾ ਭਰਾਂਗਾ, ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਸੋਹਣਾ ਪੈਸਾ ਧਨ ਦੌਲਤ ਦੇਵਾਂਗਾ, ਤੇ ਜਿਹਦੇ ਕਰਕੇ ਫਿਰ ਮੇਰਾ ਕਦੇ ਵੀ ਬਾਦਸ਼ਾਹ ਦੇ ਨਾਲ ਵਿਗਾੜ ਨਹੀਂ ਹੋਏਗਾ, ਵਿਰੋਧਤਾ ਨਹੀਂ ਹੋਏਗੀ। ਸੁਖ ਸੋ ਬਸੋ ਸਦਾਪੁਰ ਮਾਹੀ ਔਰ ਇਹ ਮਾਤਾ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਮੈਂ ਹਮੇਸ਼ਾ ਸੁੱਖ ਦੇ ਨਾਲ ਵਸਾਂਗਾ। ਬਾਦਸ਼ਾਹ ਮੈਨੂੰ ਕੁਛ ਕਹੇਗਾ ਨਹੀਂ, ਉਹਦੇ ਮੈਂ ਅਧੀਨ ਹੋਇਆ ਹਾਂ, ਪੈਸਾ ਭਰਾਂਗਾ, ਤੇ ਗ੍ਰੰਥ ਮੇਰੇ ਕੋਲ ਹੈ ਅੰਮ੍ਰਿਤ ਬਾਣੀ ਦਾ, ਤੇ ਗੁਰੂ ਵੀ ਮੈਂ ਹੀ ਬਣਾਂਗਾ। ਇਮ ਸੁਨ ਪੁਨ ਨਿਰਦੀ ਸਮਝਾਇਓ ਤੇ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਧੀਰਮਲ ਤੋਂ ਮਾਤਾ ਜੀ ਨੇ, ਧੀਰਮਲ ਦੀ ਮਾਤਾ ਜੀ ਨੇ ਬੜਾ ਸਮਝਾਉਣ ਦਾ ਫਿਰ ਯਤਨ ਕੀਤਾ ਹੈ। ਤੂੰ ਬੁੱਧਵਾਨ ਕਰੈ ਮਨ ਭਾਇਓ ਕਹਿਣ ਲੱਗੇ ਕਿ ਤੂੰ ਬੜਾ ਸਿਆਣਾ ਹੈ, ਬੁੱਧੀਮਾਨ ਹੈ, ਪਰ ਹਮੇਸ਼ਾ ਆਪਣੇ ਮਨ ਦੇ ਪਿੱਛੇ ਲੱਗਦਾ ਰਿਹਾ ਹੈ। ਜੋ ਮਨ ਦੇ ਵਿੱਚ ਆਇਆ ਹੈ ਉਸੇ ਤਰ੍ਹਾਂ ਤੂੰ ਕੀਤਾ ਹੈ। ਤਉ ਵਿਚਾਰ ਹੀਰ ਮਨ ਮਾਹੀ ਪਰ ਫਿਰ ਵੀ ਮਨ ਦੇ ਵਿੱਚ ਤੂੰ ਵਿਚਾਰ ਕਰਕੇ ਦੇਖ ਲੈ। ਠੀਕ ਹੈ, ਤੇਰੇ ਕਈ ਤਰ੍ਹਾਂ ਦੇ ਯਤਨ ਹੋਣਗੇ, ਪਰ ਹਮੇਸ਼ਾ ਗੁਰੂ ਉਹੀ ਪ੍ਰਸਿੱਧ ਹੋਇਆ ਜਿਹਦੇ ਤੇ ਵੱਡੇ ਗੁਰੂ ਸਾਹਿਬਾਨ ਮਿਹਰ ਕਰਨ, ਕਿਰਪਾ ਕਰਨ, ਥਾਪ ਕੇ ਜਾਣ। ਧੱਕੇ ਦੇ ਨਾਲ ਕਦੇ ਕੋਈ ਗੁਰੂ ਨਹੀਂ ਬਣਿਆ। ਇਸ ਕਰਕੇ ਹੇ ਪੁੱਤਰ, ਮਨ ਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕਰਕੇ ਦੇਖ। ਬਿਗੜੈ ਕਹਾਂ ਗਏ ਗੁਰ ਪਾਹੀ ਔਰ ਕਹਿਣ ਲੱਗੇ ਕਿ ਭਾਈ ਇਸ ਤਰ੍ਹਾਂ ਵਿਗਾੜ ਕੇ ਬਿਗੜੇ ਕਹਾਂ ਗਏ ਗੁਰ ਪਾਹੀ। ਕਹਿਣ ਲੱਗੇ ਇਸੇ ਤਰ੍ਹਾਂ ਜੇ ਨਾ ਪਹੁੰਚਿਆ ਛੇਵੇਂ ਪਾਤਸ਼ਾਹ ਜੀ ਦੇ ਕੋਲ, ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਮਨ ਦੇ ਵਿੱਚ ਵੀ ਰੋਸ ਹੋਏਗਾ ਤੇ ਹੋਰ ਵਿਗਾੜ ਪੈਦਾ ਹੋਏਗਾ। ਗ੍ਰੰਥ ਨਾ ਛੀਨੈ ਤਰਾਸ ਜੇ ਧਰੋ ਤੇ ਜੇ ਤੇਰੇ ਮਨ ਦੇ ਵਿੱਚ ਇਹ ਗੱਲ ਹੈ ਕਿ ਅੰਮ੍ਰਿਤ ਬਾਣੀ ਦਾ ਗ੍ਰੰਥ ਜਿਹੜਾ ਹੈ ਉਹ ਮੇਰੇ ਕੋਲੋਂ ਕੋਈ ਲੈ ਨਾ ਲਵੇ, ਧੱਕੇ ਦੇ ਨਾਲ ਕੋਈ ਖੋਹ ਨਾ ਲਏ, ਕਹਿਣ ਲੱਗੇ ਇਸ ਤਰ੍ਹਾਂ ਦਾ ਡਰ ਮਨ ਦੇ ਵਿੱਚ ਧਾਰਨ ਨਾ ਕਰ, ਨਾ ਰੱਖ। ਤੇਰੇ ਕੋਲੋਂ ਕੋਈ ਗ੍ਰੰਥ ਜਿਹੜਾ ਹੈ ਅੰਮ੍ਰਿਤ ਬਾਣੀ ਦਾ ਨਹੀਂ ਲਏਗਾ। ਨਹਿ ਨਿਜ ਸੰਗ ਲਿਜਾਵਨ ਕਰਹੁ ਤੇ ਇੱਕ ਗੱਲ ਹੋਰ ਹੈ, ਜੇ ਤੈਨੂੰ ਡਰ ਹੈ ਕਿ ਅੰਮ੍ਰਿਤ ਬਾਣੀ ਦਾ ਸਰੂਪ ਸਤਿਗੁਰੂ ਜੀ ਰੱਖ ਲੈਣਗੇ ਜਾਂ ਕੋਈ ਹੋਰ ਰੱਖ ਲਏਗਾ, ਤੇ ਤੂੰ ਇੰਜ ਕਰ, ਆਪਣੇ ਕੁਝ ਸੇਵਾਦਾਰ, ਆਪਣੇ ਕੁਝ ਜਿਹੜੇ ਤੇਰੇ ਸ਼ਰਧਾਲੂ ਹਨ, ਉਹਨਾਂ ਦੇ ਕੋਲ ਅੰਮ੍ਰਿਤ ਬਾਣੀ ਦਾ ਸਰੂਪ ਇੱਥੇ ਰੱਖ ਦੇ, ਤੇ ਆਪ ਤੂੰ ਖਾਲੀ
ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਇੱਕ ਵਾਰੀ ਚੱਲ ਜੇ ਗੁਰ ਕਿਰਪਾ ਤੋਹੇ ਪਰ ਧਾਰੈ ਤੇ ਖਿਆਲ ਕਰੀ ਜੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸਮੇਂ ਬਾਅਦ ਸਰੀਰ ਛੱਡਣਾ ਹੈ ਤੇ ਜੇ ਛੇਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਉੱਪਰ ਮਿਹਰ ਕਰਨਗੇ ਗੁਰਤਾ ਗਾਦੀ ਪਰ ਬੈਠਾਰੈ ਤੇ ਖਿਆਲ ਕਰੀ ਜੇ ਤੂੰ ਹੁਕਮ ਦੇ ਵਿੱਚ ਚੱਲੇਗਾ, ਸਤਿਗੁਰਾਂ ਦੇ ਕੋਲ ਰਹੇਗਾ, ਉਹਨਾਂ ਨੂੰ ਪ੍ਰਸੰਨ ਕਰ ਲਏਗਾ, ਖੁਸ਼ ਕਰ ਲਏਗਾ ਨਾ, ਵੱਡਾ ਤੂੰ ਹੈ ਤੇ ਸ਼੍ਰੀ ਹਰਿ ਰਾਇ ਸਾਹਿਬ ਜੀ ਛੋਟੇ ਹਨ। ਵੱਡਾ ਤੂੰ ਹੈ, ਹੱਕ ਤੇਰਾ ਬਣਦਾ ਹੈ, ਪਰ ਜੇ ਤੂੰ ਗੁਰੂ ਦਾ ਹੁਕਮ ਨਾ ਮੰਨਿਆ ਤੇ ਫਿਰ ਤਾਂ ਗੁਰਤਾ ਗੱਦੀ ਛੋਟੇ ਸਪੁੱਤਰ ਨੂੰ ਹੀ ਪ੍ਰਾਪਤ ਹੋਏਗੀ। ਇਸ ਕਰਕੇ ਅਜੇ ਵੀ ਮੌਕਾ ਹੈ, ਸਮਾਂ ਹੈ, ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ। ਬੇਖਬਰੇ ਪਾਤਸ਼ਾਹ ਜੀ ਤੇਰੇ ਤੇ ਪ੍ਰਸੰਨ ਹੋ ਜਾਵਣ ਬਨੇ ਬਾਤ ਤਾਂ ਸਭ ਵਿਦ ਤੇਰੀ ਤੇ ਜੇ ਤੂੰ ਕੋਲ ਰਹਿ ਕਰਕੇ ਹੁਕਮ ਦੇ ਵਿੱਚ ਚੱਲਿਆ ਤੇ ਤੇਰਾ ਸੌਖੇ ਢੰਗ ਦੇ ਨਾਲ ਸਾਰਾ ਕਾਰਜ ਹੋ ਜਾਏਗਾ ਤੇ ਨਾ ਕੋਈ ਬਾਦਸ਼ਾਹ ਦੀ ਸਿਫਾਰਿਸ਼ ਪਏਗੀ ਤੇ ਨਾ ਕੋਈ ਹੋਰ ਗਲਤ ਤਰੀਕਾ ਵਰਤਣਾ ਪਏਗਾ। ਤੂੰ ਸਤਿਗੁਰਾਂ ਨੂੰ ਖੁਸ਼ ਕਰਨ ਦਾ ਯਤਨ ਕਰ ਜਿਤ ਕਿਤ ਪੂਜਾ ਹੋਏ ਕਨੇਰੀ ਤੇ ਜੇ ਗੁਰੂ ਬਣ ਗਿਆ, ਛੇਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਲਈਆਂ ਤੇ ਸਾਰੇ ਪਾਸੇ ਤੇਰਾ ਨਾਮ ਹੋਏਗਾ, ਸੰਗਤਾਂ ਦੇ ਵਿੱਚ ਵੱਡਾ ਸਤਿਕਾਰ ਹੋਏਗਾ, ਬਹੁਤ ਵੱਡੀ ਤੇਰੀ ਪੂਜਾ ਹੋਏਗੀ। ਇਸ ਕਰਕੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਹੀ ਭਲਾ ਹੈ। ਜੇ ਤੋ ਅਨੁਜ ਪਾਏ ਵਡਿਆਈ ਔਰ ਜੇ ਛੋਟੇ ਭਰਾ ਸ਼੍ਰੀ ਹਰਿ ਰਾਇ ਸਾਹਿਬ ਜੀ ਜੇ ਇਹ ਵਡਿਆਈ ਪ੍ਰਾਪਤ ਕਰ ਲੈਣਗੇ, ਜ਼ਿੰਮੇਵਾਰੀ ਜੇ ਉਹਨਾਂ ਨੂੰ ਮਿਲ ਜਾਂਦੀ ਹੈ ਤੋ ਭਲੀ ਜਾਨੋ ਮਨ ਭਾਈ ਤੇ ਕਹਿਣ ਲੱਗੇ ਚਲੋ ਫਿਰ ਵੀ ਜੇ ਗੁਰੂ ਹਰਿ ਰਾਇ ਸਾਹਿਬ ਜੀ ਗੁਰਤਾ ਗੱਦੀ ਪ੍ਰਾਪਤ ਵੀ ਕਰ ਲੈਣਗੇ ਨਾ, ਪਰ ਤਾਂ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਕੁਝ ਦਿਨ ਰਹਿ ਕਰਕੇ ਪਾਤਸ਼ਾਹ ਜੀ ਨੂੰ ਖੁਸ਼ ਕਰ ਲਏਗਾ ਤੇ ਗੁਰਤਾ ਗੱਦੀ ਜੇ ਨਾਮ ਹੀ ਪ੍ਰਾਪਤ ਹੋਏਗੀ ਤੇ ਸੰਗਤਾਂ ਦੇ ਵਿੱਚ ਤੇਰਾ ਤਾਂ ਵੀ ਬਹੁਤ ਵੱਡਾ ਮਾਣ ਸਨਮਾਨ ਰਹਿ ਜਾਏਗਾ, ਇੱਜ਼ਤ ਰਹਿ ਜਾਏਗੀ, ਪੱਤ ਰਹਿ ਜਾਏਗੀ। ਅਜੇ ਵੀ ਸਮਾਂ ਹੈ, ਆਪਣੇ ਗੁਨਾਹ ਬਖਸ਼ਾ ਲੈ। ਹਮੇਸ਼ਾ ਗੁਰੂ ਘਰ ਦੇ ਨਾਲ ਈਰਖਾ ਕੀਤੀ ਹੈ, ਵਿਰੋਧ ਦੇ ਵਿੱਚ ਚੱਲਿਆ ਹੈ ਤੇ ਛੇਵੇਂ ਪਾਤਸ਼ਾਹ ਜੀ ਨੇ ਹੁਣ ਸਰੀਰ ਛੱਡਣਾ ਹੈ। ਸਮਾਂ ਮੌਕਾ ਹੈ ਗੁਰੂ ਕੇ ਚਰਨਾਂ ਦੇ ਵਿੱਚ ਚੱਲਣ, ਗੁਰੂ ਦੇ ਚਰਨਾਂ ਦੇ ਵਿੱਚ ਰਹਿ ਔਰ ਹੁਕਮ ਦੇ ਵਿੱਚ ਚੱਲ। ਓਏ ਚਚੇ ਜੇ ਗੁਰਤਾ ਪਾਵਹਿ ਔਰ ਜੇ ਤੁਹਾਡੇ ਚਾਚੇ ਤੈਨ ਤੋਂ ਭਾਵ ਉਸ ਵੇਲੇ ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਗੁਰੂ ਤੇਗ ਬਹਾਦਰ ਜੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਨ। ਕਹਿਣ ਲੱਗੇ ਜੇ ਸਤਿਗੁਰੂ ਜੀ ਉਹਨਾਂ ਤੇ ਵੀ ਖੁਸ਼ ਹੋ ਜਾਂਦੇ ਹਨ ਗੁਰੂ ਤਾਂ ਦੋਇ ਨਾ ਬਿਠਾਵੈ ਔਰ ਖਿਆਲ ਕਰਿਓ ਜੇ ਤੁਸੀਂ ਗੁਰੂ ਕੇ ਚਰਨਾਂ ਦੇ ਨਾਲ ਨਾ ਜੁੜੇ ਤੇ ਸਤਿਗੁਰੂ ਜੀ ਉਹਨਾਂ ਤੇ ਖੁਸ਼ ਹੋ ਗਏ ਤੇ ਫਿਰ ਮਨ ਦੇ ਵਿੱਚ ਰੋਸ ਕਰੋਗੇ। ਇਸ ਕਰਕੇ ਚੰਗਾ ਇਹ ਹੈ ਗੁਰੂ ਕੇ ਚਰਨਾਂ ਦੇ ਵਿੱਚ ਰਹਿ ਕਰਕੇ ਸੇਵਾ ਕਰੋ ਜੀ। ਜਾਤੇ ਸਮਝ ਚਲਾ ਗੁਰ ਪਾਸ ਔਰ ਇਹ ਗੱਲ ਧਿਆਨ ਦੇ ਨਾਲ ਵਿਚਾਰੋ, ਸਮਝੋ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੋ ਜੀ। ਆਪਣਾ ਭਲਾ ਕਰੋ ਨਿਰਜਾਸ ਔਰ ਬਾਬਾ ਧੀਰਮਲ ਜੀ ਦੀ ਸਤਿਕਾਰਯੋਗ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਬਾਬਾ ਧੀਰਮਲ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਹਿਣ ਲੱਗੇ ਜੀ ਆਪਣਾ ਭਲਾ ਚਾਹੁੰਦਾ ਹੈ ਨਾ ਧੀਰਮਲ, ਅਜੇ ਵੀ ਸਮਾਂ ਹੈ। ਅਨਗਨ ਸੰਗਤ ਤਹ ਚਲ ਆਈ ਹੁਣ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸੰਗਤ ਇਕੱਤਰ ਹੋਈ ਹੈ। ਵੱਡੀ ਗਿਣਤੀ ਦੇ ਵਿੱਚ ਸੰਗਤ ਛੇਵੇਂ ਪਾਤਸ਼ਾਹ ਜੀ ਦਾ ਅੰਤ ਸਮਾਂ ਨੇੜੇ ਜਾਣ ਕਰਕੇ ਗੁਰੂ ਕੇ ਸਿੱਖਾਂ ਨੇ ਸਨੇਹ ਭੇਜੇ ਹਨ ਤੇ ਸੰਗਤ ਆਈ ਹੈ। ਤੇ ਜੇ ਤੂੰ ਵੀ ਗੁਰੂ ਕੇ ਚਰਨਾਂ ਦੇ ਵਿੱਚ ਰਹੇਗਾ ਹੇ ਧੀਰਮਲ, ਸਾਰੀ ਸੰਗਤ ਨੂੰ ਇਹ ਹੋਏਗਾ ਕਿ ਬਾਬਾ ਧੀਰਮਲ ਆਖਰ ਗੁਰੂ ਕੇ ਚਰਨਾਂ ਦੇ ਵਿੱਚ ਆ ਗਿਆ ਹੈ ਤੇ ਤੇਰਾ ਸਤਿਕਾਰ ਬਣਿਆ ਰਹਿ ਜਾਏਗਾ। ਨਿਕਟ ਪਿਤਾ ਮੈਂ ਦੇਹ ਮੁਜਾਈ ਔਰ ਪਿਤਾ ਦੇ ਕੋਲ ਰਹਿ ਕਰਕੇ ਦਾਦਾ ਜੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਆਪਣਾ ਜਿਹੜਾ ਸਮਾਂ ਬਤੀਤ ਕਰੋ ਤੇ ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਪੂਜਾ, ਵੱਡਾ ਸਤਿਕਾਰ ਦੇ ਹੱਕਦਾਰ ਬਣੋਗੇ। ਫੇਰ ਨਾ ਫੇਰ ਸਕੈ ਗੋ
ਤੇ ਜੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਤੇ ਖੁਸ਼ ਹੋ ਗਏ ਨਾ, ਜੇ ਸਤਿਗੁਰਾਂ ਨੂੰ ਤੂੰ ਖੁਸ਼ ਕਰ ਲਿਆ, ਤੇ ਜੇ ਸਤਿਗੁਰੂ ਜੀ ਪ੍ਰਸੰਨ ਹੋ ਗਏ ਤੇ ਬੇਖਬਰੇ ਵੱਡਾ ਜਾਣ ਕੇ ਤੈਨੂੰ ਗੁਰਤਾ ਗੱਦੀ ਮਿਲ ਜਾਏ, ਫਿਰ ਤਾਂ ਕੋਈ ਰੋਕ ਨਹੀਂ ਸਕੇਗਾ। ਅਬ ਜੇ ਹੀਰ ਰਹੇਗੇ ਜੋ ਤੇ ਪਰ ਜੇ ਕਰ ਕੋਈ ਹੋਰ, ਜੇ ਸਤਿਗੁਰੂ ਜੀ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਿਸੇ ਹੋਰ ਤੇ ਪ੍ਰਸੰਨ ਹੋ ਜਾਂਦੇ ਹਨ, ਗਾਦੀ ਦੇਹ ਕਿਦੋ ਨ ਦੇਹ, ਔਰ ਫਿਰ ਬੇਖਬਰੇ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਕੁਝ ਪ੍ਰਾਪਤ ਹੋਵੇ ਕਿ ਨਾ ਹੋਵੇ, ਤੇਰੇ ਕੋਲ ਬਾਅਦ ਵਿੱਚ ਸਾਰੀ ਜ਼ਿੰਦਗੀ ਭਰ ਕੁਛ ਗੁਰਤਾ ਗੱਦੀ ਆਏ ਕਿ ਨਾ ਆਏ, ਯਤਨ ਤਾਂ ਤੂੰ ਕਰਨੇ ਹਨ, ਪਰ ਹਮੇਸ਼ਾ ਸਤਿਕਾਰ ਉਹਦਾ ਹੀ ਬਣਿਆ ਜਿਹਦੇ ਤੇ ਗੁਰੂ ਖੁਸ਼ ਹੋਵੇ। ਬਾਦਸ਼ਾਹ ਦੇ ਪਿੱਛੇ ਲੱਗ ਕੇ ਇਹ ਪਾਤਸ਼ਾਹੀ ਨਹੀਂ ਮਿਲ ਸਕਦੀ। ਇਸ ਕਰਕੇ ਹੇ ਧੀਰ ਮੱਲ, ਅਜੇ ਵੀ ਸਮਾਂ ਹੈ। ਨਿਜ ਪੁਜਵਾਵਨ ਬੈਠ ਕਰੇ ਹੈ, ਔਰ ਕਹਿਣ ਲੱਗੇ ਕਿ ਫਿਰ ਜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਤੈਨੂੰ ਸਤਿਕਾਰ ਮਿਲ ਗਿਆ ਸੰਗਤ ਦੇ ਵਿੱਚੋਂ, ਫਿਰ ਭਾਵੇਂ ਸੰਗਤ ਦੇ ਵਿੱਚ ਬੈਠ ਕੇ ਬਹੁਤ ਵੱਡਾ ਸੰਗਤ ਮਾਣ ਸਤਿਕਾਰ ਇੱਜ਼ਤ ਤੇਰੀ ਕਰੇਗੀ, ਤੇ ਨੇਤੀ ਭਾਵੇਂ ਬੈਠ ਕੇ ਸੰਗਤ ਦੇ ਕੋਲੋਂ ਪੂਜਾ ਕਰਵਾਈ। ਇਮ ਸੁਨ ਕਰ ਹੋਇਓ ਤਬ ਤਿਆਰ, ਤੇ ਬਾਬਾ ਧੀਰ ਮੱਲ ਜੀ ਆਪਣੇ ਸਤਿਕਾਰਯੋਗ ਮਾਤਾ ਜੀ ਦੇ ਬੋਲ ਸੁਣ ਕੇ, ਸਲਾਹ ਸੁਣ ਕੇ, ਤੇ ਮਨ ਦੇ ਵਿੱਚ ਗੱਲ ਬੈਠੀ ਹੈ ਕਿ ਚਲੋ ਭਾਵੇਂ ਸਤਿਗੁਰਾਂ ਦੇ ਹੁਕਮ ਦੇ ਵਿੱਚ ਪਹਿਲਾਂ ਨਹੀਂ ਚੱਲਿਆ, ਪਰ ਮਨ ਦੇ ਵਿੱਚ ਗੱਲ ਆ ਗਈ ਹੈ ਕਿ ਜੇ ਮੈਂ ਛੇਵੇਂ ਪਾਤਸ਼ਾਹ ਜੀ ਦੇ ਕੋਲ ਰਵਾਂਗਾ ਨਾ, ਸਤਿਗੁਰੂ ਜੀ ਮੇਰੇ ਤੇ ਖੁਸ਼ ਹੋ ਗਏ, ਜੇ ਮੈਨੂੰ ਮੁਆਫੀ ਦੇ ਦਿੱਤੀ, ਆਪਣੇ ਚਰਨਾਂ ਦੇ ਨਾਲ ਜੋੜ ਦਿੱਤਾ, ਤੇ ਪਤਾ ਨਹੀਂ ਬੇਖਬਰੇ ਕੋਈ ਵੱਡੀ ਬਖਸ਼ਿਸ਼ ਮਿਲ ਜਾਏ। ਇਸ ਕਰਕੇ ਬਾਬਾ ਧੀਰ ਮੱਲ ਦੇ ਮਨ ਦੇ ਵਿੱਚ ਇਹ ਵਿਚਾਰ ਆਇਆ ਹੈ, ਤੇ ਬਾਬਾ ਧੀਰ ਮੱਲ ਜੀ ਨਾਲ ਚੱਲੇ ਹਨ। ਭਾਈ ਸਕਾਰ ਭਇਓ ਸਵਾਰ, ਤੇ ਦਿਨ ਚੜਿਆ ਹੈ ਤੇ ਬਾਬਾ ਧੀਰ ਮੱਲ ਜੀ ਘੋੜੇ ਤੇ ਸਵਾਰ ਹੋਏ ਹਨ, ਤੁਰਨ ਮਗ ਚਲ ਆਏ ਪਹੁੰਚਾ, ਔਰ ਫਿਰ ਰਸਤਾ ਤੈਅ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਬਾਬਾ ਧੀਰ ਮੱਲ ਜੀ ਪਹੁੰਚੇ ਹਨ। ਜਹਾਂ ਬਿਰਾਜੇ ਸਤਿਗੁਰ ਉੱਚਾ, ਔਰ ਜਿੱਥੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜੇ ਹੋਏ ਹਨ, ਗਰੀਬ ਨਿਵਾਜ ਲੰਮੇ ਸਮੇਂ ਤੋਂ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਰਹਿ ਕਰਕੇ ਸੰਗਤਾਂ ਦਾ ਭਲਾ ਕਰ ਰਹੇ ਹਨ। ਉੱਥੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੋਤਰੇ ਬਾਬਾ ਧੀਰ ਮੱਲ ਜੀ ਵੀ ਪਹੁੰਚ ਗਏ ਹਨ। ਦੋਹਰਾ ਸ੍ਰੀ ਹਰਿਗੋਬਿੰਦ ਗੋਬਿੰਦ ਨਿਕਟ ਹਵੈ, ਧੀਰ ਮੱਲ ਕਰ ਬੰਦ, ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਕਰਕੇ ਬਾਬਾ ਧੀਰ ਮੱਲ ਨੇ ਬੜੀ ਨਿਮਰਤਾ ਦੇ ਨਾਲ ਝੁਕ ਕਰਕੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਦਾਦਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੰਦਨਾ ਕੀਤੀ ਹੈ। ਬੰਦਨ ਕਰ ਅਰਵਿੰਦ ਪਦ, ਬੈਠਿਓ ਮਾਨ ਬਿਲੰਦ, ਔਰ ਬਹੁਤ ਵੱਡਾ ਮਾਨ ਸਨਮਾਨ ਕਰਦਾ ਹੋਇਆ, ਵਾਰ-ਵਾਰ ਵੰਦਨਾ ਕਰਦਾ ਹੋਇਆ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕੋਲ ਹੀ ਬੈਠ ਗਿਆ ਹੈ। ਜੋ ਪਾਈ ਸਤਿਗੁਰ ਕਹਿਓ ਕੁਸ਼ਲ ਸੁਵਹਿ, ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਪੁੱਛਿਆ ਹੈ ਬਾਬਾ ਧੀਰ ਮੱਲ ਤੋਂ, ਭਾਵੇਂ ਹਮੇਸ਼ਾ ਗਲਤ ਰਸਤੇ ਤੇ ਗੁਰੂ ਦੇ ਹੁਕਮ ਤੋਂ ਬਾਹਰ ਹੀ ਰਿਹਾ ਹੈ, ਪਰ ਤਾਂ ਵੀ ਪਾਤਸ਼ਾਹ ਜੀ ਨੇ ਸਤਿਗੁਰ ਕਹਿਓ ਕੁਸ਼ਲ ਹੋ, ਸੋ ਇਹ ਕਹਿਣ ਲੱਗੇ ਹੇ ਧੀਰ ਮੱਲ ਸੁਖ ਸ਼ਾਂਤੀ ਹੈ। ਔਰ ਕਰਤਾਰ ਰਹਿਣ ਸ਼ੁਭ ਚਾਹੈ, ਔਰ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਹਮੇਸ਼ਾ ਰਹਿਣਾ ਚਾਹੁੰਦਾ ਹੈ, ਲੰਮੇ ਸਮੇਂ ਤੋਂ ਉੱਥੇ ਹੀ ਰਹਿ ਰਿਹਾ ਹੈ। ਹੱਥ ਜੋੜ ਕਰ ਗਿਰਾ ਬਖਾਨੀ, ਔਰ ਹੱਥ ਜੋੜ ਕੇ ਬਾਬਾ ਧੀਰ ਮੱਲ ਜੀ ਨੇ ਬੇਨਤੀ ਕੀਤੀ ਹੈ, ਤੁਮਰੇ ਪੁਰ ਕੀ ਰੱਛਾ ਠਾਨੀ, ਔਰ ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਜੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਰਹਿ ਰਿਹਾ ਹਾਂ ਤੇ ਇਹਦੇ ਵਿੱਚ ਵੀ ਭਲਾ ਹੀ ਹੈ, ਕਿਉਂਕਿ ਤੁਸੀਂ ਤੁਹਾਡੇ ਹੁਕਮ ਦੇ ਵਿੱਚ ਪਿਤਾ ਜੀ ਬਾਬਾ ਗੁਰਦਿੱਤਾ ਜੀ ਨੇ ਉਹ ਨਗਰ ਵਸਾਇਆ ਹੈ, ਤੁਹਾਡੀ ਕਿਰਪਾ ਦੇ ਨਾਲ। ਕਹਿਣ ਲੱਗੇ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ, ਤੁਹਾਡੀ ਮਿਹਰ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਮੈਂ ਉਸ ਨਗਰ ਦੀ ਰੱਖਿਆ ਕੀਤੀ ਹੈ, ਮੈਂ ਨਗਰ ਨੂੰ ਬਚਾ ਕੇ ਰੱਖਿਆ ਹੈ। ਤੁਮਰੇ ਪੁਰ ਕੀ ਰੱਛਾ ਠਾਨੀ,
ਤੁਹਾਡੇ ਨਗਰ ਦੀ ਮੈਂ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਸੰਭਾਲ ਕਰ ਰਿਹਾ ਹਾਂ, ਰੱਖਿਆ ਕਰ ਰਿਹਾ ਹਾਂ, ਅਨੇਕਾਂ ਢੰਗ ਵਰਤਦਾ ਹਾਂ। ਕਰ ਕੈ ਸੰਗ ਸ਼ਾਹ ਕੈ ਸੰਗ। ਔਰ ਹੇ ਸਤਿਗੁਰੂ ਜੀਓ, ਨਗਰ ਦੇ ਭਲੇ ਵਾਸਤੇ, ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।